ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੀਂ ਤਿਹਾ ਹਉ ਕਰੀ ਵਖਿਆਣ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੀਂ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਧਨ, ਪਦ ਪੰਕਜ ਬੰਧਨ। ਸਿਮਰਉ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਾਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਇ,
ਏਕੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੌਣ ਹੈ ਕਿਉ ਨਿਕਟ ਹਕਾਰਾ। ਮੁਝੇ ਬ੍ਰਿਤੰਤ ਸੁਨਾਭੋ ਸਾਰਾ। ਭਣਿਓ ਪ੍ਰਭੂ ਇਹ ਹੈਵ ਮਤਵੰਤਾ। ਕੇਤਕ ਦਿਵਸ ਮੈਂ ਪੂਰਨ ਸੰਤਾ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਚਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਵਣ ਹੈ ਕਿਉ ਨਿਕਟ ਹਕਾਰਾ। ਮੁਝੇ ਬ੍ਰਿਤੰਤ ਸੁਨਾਵੋ ਸਾਰਾ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਕੱਲ੍ਹ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ ਹੈ ਕਿ 12 ਸਾਲ ਦੀ ਉਮਰ ਵਿੱਚ ਧੰਨ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦਾ ਨਾਮ ਉਸ ਵੇਲੇ ਬੁੱਢਾ ਸੀ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ। ਗੁਰੂ ਸਾਹਿਬ ਜੀ ਨੇ ਆਵਾਜ਼ ਮਾਰ ਕੇ ਕੋਲ ਬੁਲਾਇਆ, ਸਿਰਫ ਨਾਮ ਪੁੱਛਿਆ, ਪਿੰਡ ਦਾ ਨਾਮ ਪੁੱਛਿਆ, ਮਾਤਾ ਪਿਤਾ ਦਾ ਨਾਮ ਪੁੱਛਿਆ ਔਰ ਕਹਿ ਦਿੱਤਾ ਬਾਲਕਾ ਹੁਣ ਜਾਓ, ਜਾ ਕੇ ਆਪਣੀਆਂ ਬੱਕਰੀਆਂ ਸੰਭਾਲੋ, ਆਪਣਾ ਕੰਮ ਸੰਭਾਲੋ। ਔਰ ਧੰਨ ਬਾਬਾ ਬੁੱਢਾ ਸਾਹਿਬ ਜਦੋਂ ਕਹਿੰਦੇ ਨੇ ਕਿ ਜੇ ਸਤਿਗੁਰੂ ਜੀ ਮਹਾਰਾਜ ਜੇ ਬੁਲਾਇਆ ਸੀ ਕੋਈ ਕੰਮ ਤੇ ਦੱਸੋ, ਜੇ ਕੋਈ ਸੇਵਾ ਹੀ ਨਹੀਂ ਕਰਾਉਣੀ, ਕੋਈ ਕੰਮ ਹੀ ਨਹੀਂ ਦੱਸਣਾ, ਫਿਰ ਬੁਲਾਉਣਾ ਕਿਉਂ ਸੀ। ਹੁਣ ਗੁਰੂ ਸਾਹਿਬ ਜੀ ਕਹਿੰਦੇ ਬੁਲਾਇਆ, ਮਾੜਾ ਨਹੀਂ ਕੀਤਾ। ਬੁਲਾ ਕੇ ਭਾਈ ਜਾਣ ਪਛਾਣ ਹੁੰਦੀ ਹੈ। ਅਸਲ ਵਿੱਚ ਗੁਰੂ ਸਾਹਿਬ ਦੇ ਇੰਨੇ ਬਚਨ ਕਹਿਣ ਦੀ ਦੇਰ ਸੀ ਕਿ ਬੁਲਾਉਣ ਦੇ ਨਾਲ ਜਾਣ ਪਛਾਣ ਹੁੰਦੀ ਹੈ। ਔਰ ਬਾਬਾ ਬੁੱਢਾ ਜੀ ਦੇ ਸੱਚਮੁੱਚ ਜਿਵੇਂ ਆਪਣੇ ਆਪ ਨਾਲ ਹੀ ਜਾਣ ਪਛਾਣ ਹੋ ਗਈ, ਜਿਵੇਂ ਤਿੰਨਾਂ ਲੋਕਾਂ ਦਾ ਗਿਆਨ ਹੋ ਗਿਆ ਕਿ ਮੈਂ ਕੌਣ ਹਾਂ ਤੇ ਸਰੀਰ ਕੀ ਹੈ। ਖੈਰ ਬਾਬਾ ਬੁੱਢਾ ਜੀ ਤੇ ਚਲੇ ਗਏ। ਭਾਈ ਬਾਲਾ ਜੀ ਪੁੱਛਦੇ ਨੇ ਸਤਿਗੁਰੂ ਜੀ ਇਸ ਬਾਲਕ ਨੂੰ ਕੋਲ ਕਿਉਂ ਬੁਲਾਇਆ ਸੀ, ਕੌਣ ਹੈ? ਕਿਉਂਕਿ ਜੇ ਤੁਸੀਂ ਆਪ ਬੁਲਾਇਆ ਸੀ ਤਾਂ ਕੋਈ ਨਾ ਕੋਈ ਇਹਦੇ ਵਿੱਚ ਖਾਸ ਗੱਲ ਹੋਏਗੀ। ਕਿਰਪਾ ਕਰਕੇ ਇਹਨਾਂ ਦੇ ਬਾਰੇ ਮੈਨੂੰ ਸਾਰਾ ਕੁਝ ਦੱਸੋ। ਪੜਿਓ ਪ੍ਰਭੂ ਇਹ ਹੈ ਮਤਵੰਤਾ। ਕਿਤਕ ਦਿਵਸ ਮੈਂ ਪੂਰਨ ਸੰਤਾ। ਸਤਿਗੁਰੂ ਜੀ ਕਹਿੰਦੇ ਨੇ ਭਾਈ ਬਾਲਿਆ ਤੇਰਾ ਅੰਦਾਜ਼ਾ ਬਿਲਕੁਲ ਠੀਕ ਹੈ ਕਿ ਬਾਲਕ ਆਮ ਨਹੀਂ, ਇਹ ਬੜਾ ਖਾਸ ਹੈ, ਬੜਾ ਮਤਵੰਤਾ, ਬੜਾ ਹੀ ਸਿਆਣਾ ਹੈ। ਔਰ ਇਹ ਸਮਝੋ ਕਿ ਇਹ ਬਸ ਹੁਣ ਕੁਝ ਦਿਨਾਂ ਬਾਅਦ ਕਿ ਹੁਣ ਤੋਂ ਲੈ ਕੇ ਸਮਝੋ ਇਹਦੇ ਪੂਰਨ ਜਿਹੜਾ ਸੰਤ ਕਹਿੰਦੇ ਨੇ ਪੂਰਨ ਸੰਤ ਨੇ ਬਣਨਾ
हैव सिखे को सदन विसाला, स्वै न सकै मन विषय जंजाला। सतगुरु जी कहते हैं ये साडी सिੱਖੀ ਦਾ घर होवेगा, सिੱਖੀ ਦਾ बोहित होवेगा, जहाज होएगा। क्योंकि ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੇ ਵਿਸ਼ੇ ਵਿਕਾਰ ਨੇ ਨਾ, ਇਹ ਬਾਬਾ ਬੁੱਢਾ ਜੀ ਨੂੰ ਛੂਹ ਵੀ ਨਹੀਂ ਸਕਣਗੇ। ਇਸੇ ਕਰਕੇ ਬਾਬਾ ਬੁੱਢਾ ਜੀ ਨੂੰ ਇੰਦਰਜੀਤ ਵੀ ਕਿਹਾ ਜਾਂਦਾ ਸੀ ਕਿ ਆਪਣੀਆਂ ਇੰਦਰੀਆਂ ਨੂੰ ਪੂਰੀ ਤਰ੍ਹਾਂ ਜਿੱਤਿਆ ਹੋਇਆ ਸੀ। ਜੀਵਨ ਮੁਕਤ ਅਵਸਥਾ ਪਾਵੈ, ਆਪਣੇ ਬਚ ਸਿਓ ਅਵਰਤ ਰਾਵੈ। ਸਤਿਗੁਰੂ ਕਹਿੰਦੇ ਨੇ ਇਸ ਬਾਲਕ ਦੇ ਵਿੱਚ ਰੱਬ ਨੇ ਉਹ ਸੱਤਿਆ ਪਾਈ ਹੈ ਕਿ ਇਹ ਆਪ ਤੇ ਜੀਵਤ ਮੁਕਤ ਹੋਏਗਾ, ਜਿਉਂਦਿਆਂ ਜੀ ਮੁਕਤ ਹੋਏਗਾ। ਔਰ ਇਹਨਾਂ ਦੇ ਜਿਹੜੇ ਕੋਈ ਬਚਨ ਸੁਣੇਗਾ, ਇਹਨਾਂ ਦੇ ਬਚਨਾਂ ਨੇ ਅਨੇਕਾਂ ਨੂੰ ਹੋਰਨਾਂ ਨੂੰ ਉਤਾਰਨਾ ਹੈ। ਮੈਂ ਬੋਲਿਓ ਜੇ ਹੈ ਐਸੋ, ਕਿਉਂ ਸੰਸ਼ਕ ਪੁਛ ਕਾਰਜ ਕੈਸੋ। ਔਰ ਬਾਬਾ ਬੁੱਢਾ ਜੀ ਦੇਖ ਲਓ 12 ਸਾਲ ਦੀ ਉਮਰ ਹੈ ਜਦੋਂ ਅੱਜ ਮਿਲਾਪ ਹੋਇਆ ਹੈ, ਔਰ ਅਗਲੇ ਦਿਨ ਸਵੇਰੇ ਫਿਰ ਆਉਣਾ ਹੈ। ਇਸ 12 ਸਾਲ ਦੀ ਸਰੀਰਕ ਉਮਰ ਤੋਂ ਲੈ ਕੇ ਅੱਗੇ 113 ਸਾਲ ਹੋਰ ਅੱਜ ਮੱਥਾ ਟੇਕਿਆ ਹੈ। ਫਿਰ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚੋਂ ਮੱਥਾ ਚੁੱਕਿਆ ਨਹੀਂ। 113 ਸਾਲ ਨਿਸਕਾਮ ਅਨਥਕ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਸੇਵਾ ਕੀਤੀ 6ਵੇਂ ਪਾਤਸ਼ਾਹ ਤੱਕ। ਕਿਉਂਕਿ ਬਾਬਾ ਬੁੱਢਾ ਜੀ ਦੀ ਕੁੱਲ ਉਮਰ 125 ਸਾਲ ਹੈ। 12 ਸਾਲ ਦੀ ਉਮਰ ਵਿੱਚ ਆਏ ਔਰ 113 ਸਾਲ ਕੇਵਲ ਤੇ ਕੇਵਲ ਸੇਵਾ ਹੀ ਕੀਤੀ ਹੈ। ਮੈਂ ਬੋਲਿਓ ਜੇ ਹੈ ਐਸੋ, ਕਿਉਂ ਸੰਸ਼ਕ ਪੁਛ ਕਾਰਜ ਕੈਸੋ। ਤੇ ਭਾਈ ਬਾਲਾ ਜੀ ਕਹਿੰਦੇ ਮੈਂ ਫਿਰ ਪੁੱਛ ਰਿਹਾ ਸਤਿਗੁਰੂ ਜੀ, ਜੇ ਬਾਲਕ ਐਸੇ ਵਿਸ਼ੇਸ਼ ਨੇ, ਇਹਨਾਂ ਨੂੰ ਬ੍ਰਹਮ ਦਾ ਤੁਸੀਂ ਕਹਿੰਦੇ ਗਿਆਨ ਵੀ ਹੋ ਜਾਣਾ ਹੈ, ਤੇ ਫਿਰ ਇਹਨਾਂ ਨੇ ਐਵੇਂ ਦੀ ਸ਼ੰਕਾ ਕਿਉਂ ਕੀਤੀ? ਇਹ ਸ਼ੰਕਾ ਵਾਲੇ ਸਵਾਲ ਸਨ ਕਿ ਬੁਲਾਇਆ ਕਿਉਂ ਤੇ ਸੇਵਾ ਕਿਉਂ ਨਹੀਂ ਦੱਸੀ, ਕੰਮ ਕਿਉਂ ਨਹੀਂ ਦੱਸਿਆ? ਬਿਕਸੇ ਕਮਲ ਤਬੇ ਲਹੁ ਪੇਖੀ, ਦਿਵ ਦ੍ਰਿਸ਼ਟ ਜਹ ਹੋਏ ਬਸਿੱਖੀ। ਹੁਣ ਜਦੋਂ ਭਾਈ ਬਾਲਾ ਜੀ ਨੇ ਸਵਾਲ ਕੀਤਾ ਕਿ ਇਹਨੇ ਸ਼ੰਕਾ ਕਿਉਂ ਕੀਤੀ ਹੈ, ਉਦੋਂ ਸਤਿਗੁਰੂ ਜੀ ਨੇ ਜਿਹੜਾ ਜਵਾਬ ਦਿੱਤਾ, ਕਹਿੰਦੇ ਸੁਣ ਪੁਨ ਭਾਖਿਓ ਦਇਆ ਆਵਾਸਾ, ਅਬ ਲੋ ਭਇਓ ਨ ਹਿਰਦੇ ਪ੍ਰਕਾਸ਼ਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮੁਸਕਰਾ ਕੇ ਕਹਿੰਦੇ ਨੇ ਭਾਈ ਬਾਲਿਆ, ਕਿਉਂਕਿ ਪ੍ਰਕਾਸ਼ ਤੇ ਇਹਨਾਂ ਕੋਲ ਬ੍ਰਹਮ ਦਾ ਗਿਆਨ ਤੇ ਇਹਨਾਂ ਕੋਲ ਹੈ, ਉਹ ਗਿਆਨ ਵਾਲਾ ਦੀਵਾ ਤੇ ਇਹਨਾਂ ਦੇ ਕੋਲ ਹੈ, ਬਸ ਉਹ ਗਿਆਨ ਦਾ ਦੀਵਾ ਹਜੇ ਤੱਕ ਬਲਿਆ ਨਹੀਂ ਸੀ। ਅੱਜ ਉਹ ਆ ਗਿਆ ਨਾ, ਇਹ ਸਮਝ ਲੈ ਕਿ ਉਹ ਦੀਵਾ ਹੁਣ ਧੂਖਣਾ ਸ਼ੁਰੂ ਹੋ ਗਿਆ ਹੈ। ਗਿਆਨ ਤੇ ਇਹਨਾਂ ਦੇ ਅੰਦਰ ਹੀ ਹੈ, ਹਲੇ ਪ੍ਰਕਾਸ਼ ਨਹੀਂ ਹੋਇਆ। ਬਿਕਸੇ ਕਮਲ ਤਬੇ ਲਿਹੁ ਪੇਖੀ, ਦਿਵ ਦ੍ਰਿਸ਼ਟ ਜੈ ਹੋਏ ਬਸਿੱਖੀ। ਸਤਿਗੁਰੂ ਕਹਿੰਦੇ ਨੇ ਜਦੋਂ ਇਹਨਾਂ ਦਾ ਹਿਰਦਾ ਵੀ ਖਿੜ ਜਾਏਗਾ ਨਾ ਇਸ ਬਾਲਕ ਦਾ, ਉਸ ਗਿਆਨ ਦੀ ਉਸ ਪ੍ਰਕਾਸ਼ ਦੀ ਚਮਕ ਅੱਖਾਂ ਵਿੱਚੋਂ ਵੀ ਨਜ਼ਰ ਆਏਗੀ। ਉਹ ਖਿੜੀਆਂ ਹੋਈਆਂ ਅੱਖਾਂ ਕੱਲ ਨੂੰ ਵੇਖ ਲਈ, ਧਿਆਨ ਦੇ ਨਾਲ ਵੇਖੀ ਕਿ ਅੱਖਾਂ ਦੀ ਦ੍ਰਿਸ਼ਟੀ ਵੀ ਜਿਹੜੀ ਐਵੇਂ ਲੱਗੇਗੀ ਜਿਵੇਂ ਬਹੁਤ ਵੱਧ ਗਈ ਹੈ। ਕਬ ਲੋ ਇਸ ਮੈਂ ਹੋਏ ਪ੍ਰਕਾਸ਼ਾ, ਮੋਹੇ ਬਤਾਓ ਦੇਹੁ ਸੁਖ ਰਾਸਾ। ਤੇ ਭਾਈ ਬਾਲਾ ਜੀ ਕਹਿੰਦੇ ਮੈਂ ਫਿਰ ਪੁੱਛ ਲਿਆ ਕਿ ਸਤਿਗੁਰੂ ਜੀ ਤੁਸੀਂ ਤੇ ਫਿਰ ਸਮਰੱਥ ਹੋ, ਤੁਹਾਨੂੰ ਤੇ ਪਤਾ ਹੀ ਹੈ ਕਿ ਇਹਨਾਂ ਦੇ ਅੰਦਰ ਇਹ ਪ੍ਰਕਾਸ਼ ਕਦੋਂ ਕੁ ਹੋਏਗਾ, ਦੀਵਾ ਕਦੋਂ ਕੁ ਬਲੇਗਾ। ਕੋਈ ਸਮਾਂ ਲੱਗੇਗਾ, ਕੋਈ ਦਿਨ ਮਹੀਨੇ ਜਾਂ ਸਾਲ ਲੱਗਣਗੇ। ਗੁਰ ਕਹਿ ਇਤੇ ਹੁਤੇ ਅਬ ਦੇਰਾ, ਬੋਲਣ ਮਿਲਣ ਦਰਸ ਕੋ ਹੇਰਾ। ਸਤਿਗੁਰੂ ਕਹਿੰਦੇ ਨਹੀਂ ਬਾਲਿਆ, ਕੋਈ ਦਿਨ ਨਹੀਂ ਲੱਗਣਾ, ਇੱਕ ਦਿਨ ਵੀ ਨਹੀਂ ਲੱਗਣਾ, ਬਸ ਇੰਨਾ ਹੀ ਲੱਗਣਾ ਸੀ ਜਿੰਨਾ ਕੋ ਲੱਗ ਗਿਆ, ਇੰਨਾ ਹੀ ਸਮਾਂ ਸੀ ਕਿ ਬਸ ਇਹਨੂੰ ਵੇਖਣਾ ਸੀ, ਇਹਨੇ ਸਾਨੂੰ ਵੇਖਣਾ ਸੀ,
ਜਿਹਨੂੰ ਆਪਾਂ ਸ਼ਬਦ ਵਰਤਨੇ ਪਿਆਰ ਦੇ ਨਾਲ ਦਰਸ਼ਨ ਇਹਨੇ ਸਾਡੇ ਕਰਨੇ ਸਨ, ਅਸੀਂ ਇਹਦੇ ਕਰ ਲਏ। ਅਸੀਂ ਥੋੜ੍ਹਾ ਜਿਹਾ ਬੋਲਣਾ ਸੀ, ਥੋੜ੍ਹਾ ਜਿਹਾ ਇਹਦੇ ਤੋਂ ਸੁਣਨਾ ਸੀ, ਉਹ ਬੋਲ ਲਿਆ, ਸੁਣ ਲਿਆ, ਵੇਖ ਲਿਆ, ਵਿਖਾ ਲਿਆ, ਬਸ ਇੰਨਾ ਹੀ ਸਮਾਂ ਸੀ। ਦੀਵਾ ਤੇ ਬਲ ਗਿਆ ਹੈ। ਭਲਕ ਬਲੋਕੋ ਕਸ ਹੈ ਵਿਠਾਟਾ, ਖੁੱਲੇ ਮੋਹ ਕੇ ਬਿਕਟ ਕਪਾਟਾ। ਸਤਿਗੁਰੂ ਜੀ ਕਹਿੰਦੇ ਨੇ ਭਾਈ ਬਾਲਿਆ ਕੱਲ ਭਲਕੇ ਵੇਖ ਲਈ। ਕੱਲ ਸਵੇਰ ਹੁੰਦਿਆਂ ਨੂੰ ਨਾ ਇਹਦੇ ਅੰਦਰੋਂ ਮੋਹ ਦੇ ਜਿਹੜੇ ਕਪਾੜ ਦੇ ਨਾ ਇਹਨੂੰ ਰਗੜਾ ਲਾ ਕੇ ਖੁੱਲ੍ਹ ਕੇ ਹੋਣਗੇ। ਮੋਹ ਦੇ ਕਪਾੜ ਬਿਲਕੁਲ ਅੰਦਰੋਂ ਖੁੱਲ੍ਹ ਕੇ ਹੋਣਗੇ। ਅਤੇ ਇਹ ਜਿਹੜਾ ਅੰਦਰ ਦਾ ਖੇੜਾ ਹੈ ਕੱਲ ਇਹਦੇ ਬੋਲ ਚਾਲ ਤੋਂ, ਇਹਦੀਆਂ ਅੱਖਾਂ ਤੋਂ, ਚਿਹਰੇ ਤੋਂ, ਹਾਵ ਭਾਵ ਤੋਂ ਸਪਸ਼ਟ ਨਜ਼ਰ ਆਏਗਾ। ਕੱਲ ਹੀ ਵੇਖ ਲਈ ਬਲਿਆ ਹੋਇਆ ਦੀਵਾ ਆਏਗਾ। ਬਹੁਰੋ ਭੌਰ ਜਪੈ ਹੋਏ ਆਏ, ਮਾਖਣ ਬਾਸਣ ਲੈਣ ਉਚਾਈ। ਉੱਧਰੋਂ ਕਹਿੰਦੇ ਅਗਲਾ ਦਿਨ ਸਵੇਰ ਚੜ੍ਹਿਆ ਹੈ। ਬਾਬਾ ਬੁੱਢਾ ਸਾਹਿਬ ਜੀ ਬਾਲਕ ਸ਼ਬਦ ਨਹੀਂ, ਬਾਬਾ ਬੁੱਢਾ ਸਾਹਿਬ ਹੀ ਵਰਤਾਂਗੇ ਕਿ ਉਹ ਲੰਗਰ ਪਾਣੀ ਛਕ ਕੇ ਰਾਤ ਨੂੰ ਸੁੱਤੇ ਨੇ, ਪਰ ਪ੍ਰੇਮ ਅੰਦਰ, ਪ੍ਰੇਮ ਦੀ ਭਾਵਨਾ ਐਸੀ ਕਿ ਸੁੱਤਿਆਂ ਪਿਆ ਨੂੰ ਵੀ ਧੰਨ ਗੁਰੂ ਨਾਨਕ ਸਾਹਿਬ ਦੇ ਖਿਆਲ ਆ ਰਿਹਾ ਹੈ। ਸਵੇਰੇ ਤੜਕੇ ਦਿਨ ਚੜ੍ਹਨ ਤੋਂ ਪਹਿਲਾਂ ਉੱਠਿਆ ਅਤੇ ਉੱਠ ਕੇ ਬਾਬਾ ਬੁੱਢਾ ਸਾਹਿਬ ਨੇ ਇੱਕ ਮੱਖਣ ਵਾਲਾ ਜਿਹੜਾ ਭਾਂਡਾ ਘਰਾਂ ਵਿੱਚ ਆਮ ਹੁੰਦਾ ਹੈ, ਛੋਟੀਆਂ ਜਿਹੀ ਕੁੱਜੀਆਂ ਰੱਖੀਆਂ ਹੁੰਦੀਆਂ ਸਨ, ਕਿ ਉਹ ਮੱਖਣ ਵਾਲਾ ਭਾਂਡਾ ਚੁੱਕ ਲਿਆ ਕਿ ਗੁਰੂ ਸਾਹਿਬ ਨੂੰ ਜਾ ਕੇ ਭੇਟ ਕਰਾਂਗੇ, ਸੇਵਾ ਕਰਾਂਗੇ। ਮਾਤਾ ਪਿਤਾ ਤੇ ਕਰਕੇ ਚੋਰੀ, ਸਕਟਿਓ ਘਰ ਤੇ ਪ੍ਰਭੂ ਜਿਸ ਠੌਰੀ। ਪਰ ਮੱਖਣ ਦਾ ਭਾਂਡਾ ਚੁੱਕਣ ਲੱਗਿਆ, ਮਾਤਾ ਪਿਤਾ ਨੂੰ ਨਹੀਂ ਦੱਸਿਆ, ਉਹਨਾਂ ਤੋਂ ਚੋਰੀ ਚੁੱਕ ਲਿਆ ਹੈ। ਇਹ ਕਹਿ ਲਈ ਕਿ ਚੋਰੀ ਚੋਰੀ ਲੈ ਗਿਆ। ਔਰ ਜਿਹੜੇ ਪਾਸੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਬਿਰਾਜਮਾਨ ਸਨ, ਕਰਤਾਰਪੁਰ ਸਾਹਿਬ ਵਾਲੇ ਰਸਤੇ ਨੂੰ, ਉਸ ਰਸਤੇ ਨੂੰ ਚੱਲ ਗਏ। ਗੁਰੂ ਸਾਹਿਬ ਜੀ ਤੇ ਕਰਤਾਰਪੁਰ ਸਾਹਿਬ ਤੋਂ ਬਾਹਰ ਆਏ ਨੇ। ਨੱਥੂ ਨੰਗਲ ਬਾਬਾ ਬੁੱਢਾ ਜੀ ਦਾ ਪਿੰਡ ਹੈ। ਔਰ ਇਹਨੂੰ ਲੱਗਦਾ ਕਿ ਗੁਰੂ ਸਾਹਿਬ ਜੀ ਉੱਥੇ ਬੈਠੇ ਹੋਣਗੇ। ਤੂਰਨ ਬੂੜਾ ਪੁਰ ਕਰਤਾਰਾ, ਆਏ ਬਲੋਕੇ ਮੋਗ ਉਧਾਰਾ। ਕਹਿੰਦੇ ਫੌਰਨ ਛੇਤੀ ਨਾਲ, ਵਿੱਚੋਂ ਰਸਤਾ ਵੀ ਥੋੜ੍ਹਾ ਹੀ ਸੀ, ਕਰਤਾਰਪੁਰ ਸਾਹਿਬ ਵਾਲੇ ਪਾਸੇ ਨੂੰ ਚੱਲਿਆ ਜਾਏ। ਉੱਧਰੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਾਣਦੇ ਨੇ ਕਿ ਉਹ ਸਾਡਾ ਭਾਈ ਬੁੱਢਾ ਜੀ ਆ ਰਿਹਾ ਹੈ। ਬੂੜਾ ਧੰਨ ਗੁਰੂ ਨਾਨਕ ਦੇਵ ਮੁਕਤੀ ਦੇ ਦਾਤੇ ਭਾਈ ਬਾਲੇ ਜੀ ਨੂੰ ਨਾਲ ਲੈ ਕੇ ਫਿਰ ਉਸੇ ਥਾਂ 'ਤੇ ਜਾ ਬੈਠੇ ਨੇ। ਮਾਖਣ ਬਾਸਣ ਅਗਰਜ ਧਰ ਕੇ, ਬੈਠਿਓ ਨਿਕਟ ਬੰਦਨਾ ਕਰਕੇ। ਬਾਬਾ ਬੁੱਢਾ ਸਾਹਿਬ ਨੇ ਉਹ ਮੱਖਣ ਵਾਲਾ ਭਾਂਡਾ, ਮਟਕੀ ਛੋਟੀ ਜੀ, ਧੰਨ ਗੁਰੂ ਨਾਨਕ ਸਾਹਿਬ ਦੇ ਅੱਗੇ ਰੱਖੀ, ਹੱਥ ਜੋੜ ਕੇ ਨਮਸਕਾਰ ਕੀਤੀ, ਚਰਨਾਂ ਦੇ ਵਿੱਚ ਆਪਣਾ ਸਿਰ ਰੱਖਿਆ। ਮੁਸਕਾਨੇ ਪ੍ਰਭ ਬਚਨ ਹਲਾਇਓ, ਮਾਖਣ ਬਾਸਣ ਕਹਿਤੇ ਲਿਆਇਓ। ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਮੁਸਕਰਾ ਪਏ ਅਤੇ ਮੁਸਕਰਾ ਕੇ ਪੁੱਛਦੇ ਨੇ, ਭਾਈ ਬੂੜਿਆ ਕਿ ਇਹ ਜਿਹੜਾ ਮੱਖਣ ਦਾ ਭਾਂਡਾ ਕਾਸ ਲਈ ਲੈ ਕੇ ਆਇਆ ਹੈ, ਕਿਹਦੇ ਵਾਸਤੇ ਲਿਆਇਆ ਹੈ? ਮਾਖਣ ਸੁਣੋ ਤਪਾਜੇ ਰਾਵਰ ਹਿਤਾ, ਕ੍ਰਿਤਿਆਨਿਓ ਮੈਂ ਆਪਣ ਨਿਕੇਤਾ। ਬਾਬਾ ਬੁੱਢਾ ਸਿੰਘ ਕਹਿੰਦੇ ਨੇ, ਇਹ ਤਪਾ ਜੀ, ਇਹ ਸਤਿਗੁਰੂ ਜੀ, ਇਹ ਆਪ ਜੀ ਦੀ ਸੇਵਾ ਵਾਸਤੇ ਆਉਂਦਾ, ਆਪ ਜੀ ਛਕ ਲਓ। ਔਰ ਆਪਣੇ ਘਰ ਤੋਂ ਹੀ ਲੈ ਕੇ ਆਇਆ, ਕਿ ਤੂੰ ਬਾਹਰੋਂ ਨਹੀਂ ਲਿਆਇਆ। ਦਰਸ ਸੰਤ ਗੁਰ ਸ਼ੂਸ਼ ਨ ਜਾਨਾ, ਅਸ ਵਿਚਾਰ ਔਰ ਵਿਖੇ ਉਠਾਨਾ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ, ਮੈਂ ਸੋਚਿਆ ਕਿ ਸੰਤਾਂ ਦੇ ਜਾ ਕੇ ਦਰਸ਼ਨ ਕਰਨੇ ਨੇ। ਕੱਲ੍ਹ ਤੇ ਅਚਾਨਕ ਹੋ ਗਏ ਸਨ, ਅੱਜ ਮੈਂ ਸਪੈਸ਼ਲ ਦਰਸ਼ਨ ਕਰਨ ਆਇਆ। ਅਤੇ ਫਿਰ ਮੈਂ ਵਿਚਾਰ ਕੀਤੇ, ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਨੇ ਨੇ, ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਇਹ ਮੱਖਣ ਆਪ ਜੀ ਦੀ ਸੇਵਾ ਵਾਸਤੇ ਲੈ ਕੇ ਆਇਆ। ਭਉ ਬਾਲਕ ਹੈ ਲਘੁ ਤਨ ਤੇਰਾ, ਨਿਸ਼ਚੈ ਕਰ ਕੋ ਘਰ ਨਿਜਹੇਰਾ। ਇਹ ਸੁਣ ਕੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਫਿਰ ਮੁਸਕਰਾਏ ਅਤੇ ਮੁਸਕਰਾ ਕੇ ਕਹਿੰਦੇ ਨੇ, ਬੂੜਿਆ
तेरे शरीर की उम्र तो हले छोटी है, पर यह दस मक्खन किहड़े घर विचों आंदा है? वो तेरा घर तो नहीं, जिथों मक्खन लैके आए तेरा घर तो नहीं। और हकीकत है कि असीं भी अपना घर उन्होंने समझ लिया है जिहड़ा इट्टां दा बनिया होया है। साडा घर तो असल विच शरीर है, शरीर भी एक घर, वो शरीर का घर है जिंदे विच शरीर रहिंदा है। धन गुरु नानक साहब जी समझाते ने बाबा बूढ़ा जी नूं कि निश्चा करके वेख, ये मटका अपने घरों लैके आए क्यों वाला। जै मैं फस कै निकसन पहारी, जाल मेन की रीत विचारी। सतगुरु जी कहते हैं जेड़े घर विचों तू एक मक्खन चुक के लिया है ना, उस घर दे विच जेड़ा कोई फस जे फिर नहीं निकलिया जाता, फिर तो बड़ा औखा है। फिर तो उस मछली की तरह है, मच्छी एक बार पानी दे विच फस गई, पानी ही जीवन बना लिया। पानी तो बाहर निकलदे नाल तड़पेगी, कुछ मिनटों में मर जाएगी। और जेड़ा घर दे मोह दे विच पै गया सचमुच फिर उन्होंने घर छड्डना, इवें दा घर छड्डना बड़ा औखा है। सिस कह मात पिता कर जो, मैं पहचान्यो अपनों सोऊ। हुण बाबा बूढ़ा जी क्योंकि उम्र उदों 12 साल की है, धन गुरु नानक साहब के पावन बचन सुन के कहते हैं कि सतगुरु तपा जी भी जेड़ा मेरे माता पिता का घर वही मेरा घर है ना, तो क्यों मक्खन तो अपने घर विच ही आंदा। तहते माखण बासन लीनो, आन उपायन तुमरे किनो। इस करके वो घर मेरा भी होया। फिर मक्खन मैं अपने घर विचों लैके आया, आप जी की सेवा वास्ते लैके आया, भेटा किया है। पौर उठत पे चौपन वीनी, आवन लगे ना सुध किस दिनी। हुण बाबा बुढ़ा जी कहते ने मैं पौर उठत अमृत वेले उठिया, 12 साल की उम्र है, अमृत वेले उठिया, सवेरे सवेरे उठ गया, इस करके मैं आउन लग्या बिल्कुल चुपचाप आ गया। घर दे विच किसी नूं खबर नहीं दित्ती कि मैं आया हाँ, इहदा मतलब खबर नहीं दित्ती तो मक्खन की खबर भी नहीं दित्ती कि मैं मक्खन लैके चलिया। पद पंकज सेवे धर पाहू। हुण इत्थे सतगुरु धन गुरु नानक साहब जी जो कुछ समझाउंदे ने असल विच बाबा बुढ़ा जी नूं और सानूं भी समझा रहे हैं। सतगुरु जी कहते हैं भाव बालक पित मात पिता ते आन्यो कृत दुराए। सतगुरु जी कहते हैं हे बालक तू क्यों लिया तो मक्खन साडी सेवा वास्ते है, मैं मान लिया, पर लिया तो माता पिता तो लुका की है। इनू सीधे शब्द कहिए लिया तो चोरी है, और चोरी तो किसी भी तरीके दे नाल चोरी तो माड़ी है भाई। और सतगुरु जी ने पावन वचन बाणी दे विच कहे ने कि चोर की हामा भरे ना कोई, चोर किया चंगा क्यों हुए, भावें किसी भी ढंग नाल कीती जाए, चोरी तो चोरी है ना। बहु रोजे घर जावी मारे तुहे रिसाए। सतगुरु जी कहते हैं तू चोरी चोरी लैते आए, हुण जो तू परत के घर जाएगा माँ गुस्से होएगी, हो सकता पिता तेनू जाके मारे भी, मार भी पै जाए। यह माखण हम लेवै नाही, गमनो ले अपने घर माही। सतगुरु जी बाबा बूढ़ा जी नूं कहंदे ने भाई बालका ये मक्खन असीं नहीं लै सकते, ये मक्खन अपना लै जा, अपने घर चला जा, वापस चला जा। पहुँचो हमको तैं जो ल्याए, है प्रसन्न देखियो और भाए। ते नाल सतगुरु जी कंड उत्ते थापड़ मार के कहते हैं बाबा बूढ़ा जी कि बेटा ये मक्खन तू लैके आ गया ना, बस साडी सेवा विच लैके आया, साडे तक पहुँच गया है, तेरी सेवा प्रवान है, तू मक्खन वापस लै जा, घर चले जा। सुन के बूढ़ा रोवण लागा,
ਪ੍ਰੇਮ ਬਿਰਹੈ ਉਰ ਅੰਤਰ ਜਾਗਾ। ਇਹ ਸੁਣਦਿਆਂ ਨਾਲ ਬਾਬਾ ਬੁੱਢਾ ਜੀ ਰੋਣ ਲੱਗ ਪਏ। ਹੁਣ ਜਿਹੜੀ ਆਪਣੇ ਵਰਗੀ ਮੱਤ ਹੈ, ਆਪਣੇ ਵਰਗੀ ਅਕਲ ਕਹੇਗੀ ਕਿ ਇਹਦੇ ਵਿੱਚ ਰੋਣ ਵਾਲੀ ਕਿਹੜੀ ਗੱਲ ਸੀ, ਪਰ ਬਾਬਾ ਬੁੱਢਾ ਜੀ ਜਿਹੜੇ ਪੁੱਬਾ ਮਾਰ ਕੇ ਉੱਚਾ ਉੱਚਾ ਰੋਏ। ਗੁਰੂ ਸਾਹਿਬ ਨੇ ਪੁੱਛਿਆ ਵੀ ਅਸਲ ਵਿੱਚ ਇਹ ਤੇ ਪ੍ਰੇਮ ਦੀ ਖੇਡ ਸੀ। ਮਾਰੇ ਮਾਤ ਪਿਤਾ ਮੁਝ ਕਬਹੀ, ਤੁਮ ਮਾਰਤ ਹੋ ਮੋਕੋ ਅਬਹੀ। ਰੋਂਦੇ ਰੋਂਦੇ ਬਾਬਾ ਬੁੱਢਾ ਜੀ ਕਹਿੰਦੇ ਨੇ, ਹੇ ਸਤਿਗੁਰੂ ਜੀ, ਮਾਤਾ ਪਿਤਾ ਤੇ ਪਤਾ ਨਹੀਂ ਕਦੋਂ ਕੋ ਮਰਨਗੇ, ਉਹ ਤੇ ਪਤਾ ਨਹੀਂ ਮਾਰਨ ਕਿ ਨਾ ਮਾਰਨ, ਪਰ ਤੁਸੀਂ ਤੇ ਹੁਣੇ ਮਾਰ ਰਹੇ ਹੋ, ਤੁਸੀਂ ਤੇ ਹੁਣੇ ਮਰੇ ਵਰਗਾ ਕਰ ਦਿੱਤਾ ਹੈ। ਸ੍ਰੀ ਗੁਰ ਭਣੈ ਕੋ ਵਾਕ ਨ ਕਹਿਓ, ਹਮਣੇ ਤੋਰ ਭਲਾ ਹੀ ਚਾਹਿਓ। ਹੁਣ ਦੇਖੋ ਸਤਿਗੁਰੂ ਜੀ ਕਹਿੰਦੇ ਨੇ ਕਿ ਪੈਸੇ ਦੇ ਤੈਨੂੰ ਮਾੜਾ ਬੋਲ ਵੀ ਕੁਝ ਨਹੀਂ ਕਿਹਾ, ਝਿੜਕਿਆ ਵੀ ਨਹੀਂ, ਪਿਆਰ ਦੇ ਨਾਲ ਹੀ ਕਿਹਾ ਨਾ ਆਪਣੇ ਘਰ ਚਲਾ ਜਾ, ਔਰ ਪਿਆਰ ਦੇ ਨਾਲ ਹੀ ਕਿਹਾ ਤੇਰੇ ਭਲੇ ਵਾਸਤੇ ਕਿਹਾ ਹੈ ਕਿ ਘਰੋਂ ਮਾਰ ਨਾ ਪਵੇ। ਕੌਣ ਮਾਰ ਕੀਨੀ ਤੁਝ ਤਾਈ, ਜਾਤੇ ਰੁਦਨ ਕਰੈ ਬਿਲ ਲਾਈ। ਸਤਿਗੁਰੂ ਜੀ ਫਿਰ ਪਿਆਰ ਦੇ ਨਾਲ ਕੰਡਦੇ ਹੱਥ ਫਿਰਦੇ ਹੋਏ ਕਹਿੰਦੇ ਨੇ, ਬੇਟਾ ਕਿਹੜਾ ਸੀ ਤੈਨੂੰ ਮਾਰਿਆ ਹੈ, ਨਾ ਤੈਨੂੰ ਕੋਈ ਮਾੜਾ ਬੋਲ ਗਿਆ ਹੈ, ਫਿਰ ਤੂੰ ਰੋਣ ਕਿਉਂ ਲੱਗ ਗਿਆ ਹੈ, ਇਹ ਸਮਝ ਨਹੀਂ ਆਈ। ਧੰਨ ਗੁਰੂ ਨਾਨਕ ਸਾਹਿਬ ਜੀ ਜਾਣਦੇ ਨੇ, ਪਰ ਅਸਲ ਵਿੱਚ ਅੰਦਰ ਦੀ ਗੱਲ ਭਾਈ ਬਾਲਾ ਜੀ ਨੂੰ ਵੀ ਪਤਾ ਲੱਗੇ, ਸਾਨੂੰ ਵੀ ਸਮਝ ਆਏ। ਇਸ ਕਰਕੇ ਮੂੰਹ ਪੁੱਛਣਾ ਚਾਹੁੰਦੇ ਨੇ ਕਿਉਂ ਰੋਣਾ ਸੀ, ਮੈਂ ਤੇ ਤੈਨੂੰ ਕੁਝ ਕਿਹਾ ਨਹੀਂ। ਸੁਣੋ ਪ੍ਰਭੂ ਜਸ ਮਾਰਿਓ ਮੋਹੀ, ਇਸ ਤੇ ਵੱਡੀ ਮਾਰ ਨਾ ਹੋਈ। ਕਹਿੰਦੇ ਬਾਬਾ ਬੁੱਢਾ ਜੀ ਰੋਂਦੇ ਰੋਂਦੇ ਕਹਿੰਦੇ ਨੇ ਕਿ 12 ਸਾਲ ਦੀ ਉਮਰ ਵਿੱਚ ਐਡਾ ਗਿਆਨ ਹੈ, ਫਿਰ ਗੁਰੂ ਦੀ ਕਿਰਪਾ ਹੀ ਹੈ। ਔਰ ਕੇਵਲ ਕਿਰਪਾ ਹੀ ਨਹੀਂ, ਇਹ ਕਹਿ ਲਈਏ ਕਿ ਪਿਛਲੇ ਜਨਮ ਦਾ ਵੱਡਾ ਜਪ ਤਪ ਵੀ ਹੈ। ਸਤਿਗੁਰੂ ਜੀ ਤੁਸੀਂ ਕਿਵੇਂ ਮਾਰੇ ਇਹ ਵੀ ਸੁਣ ਲਓ। ਸੁਣੋ ਪ੍ਰਭੂ ਜਸ ਮਾਰਿਓ ਮੋਹੀ, ਇਸ ਤੇ ਵੱਡੀ ਮਾਰ ਨਾ ਹੋਈ। ਜਿਵੇਂ ਦਾ ਤੁਸੀਂ ਮਾਰਿਆ ਨੇ, ਇਹ ਤੋਂ ਵੱਡੀ ਮਾਰ ਤਾਂ ਹੋਰ ਕੋਈ ਹੋ ਹੀ ਨਹੀਂ ਸਕਦੀ। ਔਰ ਇਸੇ ਮਾਰ ਨੂੰ ਭਗਤ ਕਬੀਰ ਜੀ ਨੇ ਪਾਵਨ ਬਚਨ ਕਹੇ ਨੇ। ਰੱਬ ਨੂੰ ਸੰਬੋਧਨ ਹੁੰਦਿਆਂ ਰੱਬ ਦੇ ਚਰਨਾਂ 'ਚ ਬੇਨਤੀ ਕਰ ਰਿਹਾ, ਕਹਿੰਦੇ ਨੇ ਕਿ ਰੱਬਾ ਆਰੇ ਦੇ ਨਾਲ ਕੋਈ ਵੱਢ ਦਵੇ, ਬੇਸ਼ੱਕ ਵੱਢ ਦਵੇ, ਉਹਨਾਂ ਦੁੱਖ ਨਹੀਂ ਹੋਏਗਾ, ਪਰ ਜੇ ਇਹ ਰੱਬ ਜੀ ਤੁਸੀਂ ਮੇਰੇ ਵੱਲੇ ਪਿੱਠ ਕਰ ਲਓ ਨਾ, ਤੇ ਸੱਚ ਜਾਣੋ ਉਹ ਆਰੇ ਨਾਲੋਂ ਕਿਤੇ ਜ਼ਿਆਦਾ ਦੁੱਖ ਦੇਗੀ। ਕਰਵਟ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ। ਪਿੱਠ ਨਹੀਂ ਚੰਗੀ। ਔਰ ਬਾਬਾ ਬੁੱਢਾ ਜੀ ਵੀ ਕੁਛ ਕਹਿ ਰਹੇ ਨੇ ਕਿ ਸਤਿਗੁਰੂ ਜੀ ਜਿਹੜੀ ਮਾਰ ਤੁਸੀਂ ਮਾਰ ਰਹੇ ਹੋ, ਇਹ ਤਾਂ ਮਾਰ ਕੋਈ ਮਾਰ ਨਹੀਂ ਸਕਦਾ, ਬੜੀ ਬੁਰੀ ਹੈ, ਵਿਛੋੜੇ ਵਾਲੀ ਮਾਰ। ਬਾਰਿਓ ਦੀਪਕ ਦਿਵਤ ਪ੍ਰਕਾਸ਼ਾ। ਸਤਿਗੁਰੂ ਜੀ ਇਹ ਪ੍ਰੇਮ ਵਾਲਾ ਦੀਵਾ ਤੁਸੀਂ ਪਹਿਲੋਂ ਆਪ ਹੀ ਬਾਲਿਆ ਤੇ ਕੱਲ ਸ਼ਾਮੀ ਬਾਲਿਆ, ਹਜੇ ਇੱਕ ਰਾਤ ਵਿੱਚ ਪਈ ਹੈ ਨਾ। ਉਹ ਦੀਵਾ ਬਾਲ ਕੇ ਅੰਦਰ ਪ੍ਰਕਾਸ਼ ਵੀ ਤੁਸੀਂ ਆਪ ਹੀ ਕੀਤਾ ਹੈ। ਪੁੰਨ ਬੁਝਾਏ ਕੇ ਕਰੋ ਨਿਰਾਸ਼ਾ। ਤੇ ਹੁਣ ਉਸ ਪਿਆਰ ਵਾਲੇ ਦੀਵੇ ਨੂੰ ਫੂਕਾ ਮਾਰ ਕੇ ਬੁਝਾ ਵੀ ਰਹੇ ਕਿ ਚਲਾ ਜਾ ਤੂੰ, ਕਿਉਂਕਿ ਮੈਂ ਜਾਣ ਵਾਸਤੇ ਨਹੀਂ ਆਇਆ। ਤੁਮੇ ਉਚਿਤ ਅਧਿਕਾਏ ਜਰਾਉ, ਪਾਏ ਸਨੇਹੋ ਗੁਣੋ ਉਕਸਾਵੋ। ਤੁਹਾਡੇ ਵਾਸਤੇ ਇਹ ਦੀਪਕ ਤੁਹਾਡੇ ਵਾਸਤੇ ਉਚਿਤ ਹੈ ਕਿ ਸਤਿਗੁਰੂ ਜੀ ਜਿਹੜਾ ਦੀਵਾ ਤੁਸੀਂ ਬਾਲਿਆ ਹੈ, ਇਹਨੂੰ ਹੁਣ ਧੁਰ ਤੱਕ ਬਲਦੇ ਰਹਿਣ ਦਿਓ। ਇਹ ਜਿਹੜਾ ਪਿਆਰ ਵਾਲਾ ਵਿੱਚ ਤੇਲ ਤੁਸੀਂ ਪਾਇਆ ਨਾ, ਭਉ ਵਾਲੀ ਵੱਟੀਆਂ ਦੇ ਵਿੱਚ ਪਈ ਰਹਿਣ ਦਿਓ। ਤਮ ਕੋਟਾਰ ਵਸਤ ਦਿਖਰਾਵੋ। ਹੁਣ ਕਿਰਪਾ ਅਗਲੇ ਕਰੋ ਕਿ ਅੰਦਰ ਦੇ ਹਨੇਰੇ ਨੂੰ ਦੂਰ ਕਰਕੇ ਅਸਲ ਵਸਤ ਜਿਹੜੀ ਉਹ ਵਿਖਾ ਦਿਓ। ਹੁਣ ਤੇ ਤੁਹਾਡੇ ਚਰਨਾਂ ਵਿੱਚ ਆ ਗਿਆ, ਜਾਣ ਵਾਸਤੇ ਨਹੀਂ ਆਇਆ। ਪੂਰਾਸ ਅਸ ਕਸ਼ਟ ਮਿਟਾਵੋ। ਸਤਿਗੁਰੂ ਜੀ ਕਿਰਪਾ ਕਰੋ, ਮੇਰੀ ਇਹ ਆਸਾ ਪੂਰੀ ਕਰੋ।
ਦੀਵਾ ਤੁਸੀਂ ਬਾਲ ਦਿੱਤਾ, ਇਹ ਪ੍ਰੇਮ ਦਾ ਤੇਲ ਵਿੱਚੋਂ ਖਤਮ ਨਾ ਹੋਵੇ, ਭਉ ਦੀ ਵੱਟੀ ਕਦੇ ਵਿੱਚੋਂ ਸੜੇ ਨਾ। ਅੰਦਰ ਦਾ ਜਿਹੜਾ ਅਗਿਆਨਤਾ ਦਾ ਹਨੇਰਾ ਹੁਣ ਤੁਸੀਂ ਕੱਟਿਆ ਹੈ, ਉਹ ਤੇ ਕੱਟ ਦਿੱਤਾ ਹੈ, ਪਰ ਅੰਦਰ ਤੱਤ ਵਸਤੂ ਹੀ ਤੇ ਵਿਖਾ ਦਿਓ ਨਾ। ਮੁਸਕਾਨੇ ਗੁਣ ਖਾਨ ਬਾਣੀ ਤੇ ਸੋ ਪੁਨ ਭਣੀ। ਇਹ ਸੁਣ ਕੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮੁਸਕਰਾਏ, ਹੱਸ ਵੀ ਪਏ। ਤੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਪਾਵਨ ਬਚਨ ਕਹੇ, ਬੂੜੇ ਬੜੇ ਸਮਾਨ ਬਾਤੈ ਤੂੰ ਮੁਖ ਤੇ ਕਹਿ। ਸਤਿਗੁਰੂ ਜੀ ਕਹਿੰਦੇ ਨੇ, ਇਹ ਬਾਲਕ ਬੂੜਿਆ, ਗੱਲਾਂ ਤਾਂ ਤੂੰ ਬੁੱਢਿਆਂ ਵਾਲੇ ਕਰਨੇ ਹੈ, ਜਿਵੇਂ ਬੜਾ ਸਿਆਣਾ ਕੋਈ ਬੁੱਢਾ ਬਜ਼ੁਰਗ ਬੰਦਾ ਕਰਦਾ ਹੋਵੇ। ਬੂੜਾ ਨਹੀਂ, ਤੂੰ ਤਾਂ ਬੁੱਢਾ ਹੋਣਾ ਚਾਹੀਦਾ ਹੈ, ਕਿਉਂਕਿ ਸਿਆਣਿਆਂ ਵਾਲੀਆਂ ਗੱਲਾਂ ਤੇ ਸਿਆਣਿਆਂ ਨੂੰ ਉਮਰ ਕਰਕੇ ਸਿਆਣੇ ਬੜੇ ਹੋਏ ਨੇ, ਪਰ ਅਸਲ ਵਿੱਚ ਉਹਨਾਂ ਵਿੱਚ ਇਹ ਸਿਆਣਪ ਕਦੇ ਆਈ ਨਹੀਂ ਕਿ ਜਿਹੜੀ ਸਿਆਣਪ ਬਾਬਾ ਬੁੱਢਾ ਜੀ ਤੁਹਾਡੇ ਵਿੱਚ ਹੈ। ਤਬ ਹੀ ਤੇ ਇਹ ਨਾਮ ਭਾਈ ਬੁੱਢਾ ਕਹਿਤ ਹੈ। ਤੇ ਭਾਈ ਬਾਲਾ ਜੀ ਕਹਿੰਦੇ ਨੇ, ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਉਸ ਦਿਨ ਤੋਂ ਹੀ ਲੈ ਕੇ 12 ਸਾਲ ਦੀ ਉਮਰ ਤੋਂ ਲੈ ਕੇ ਬਾਬਾ ਬੁੱਢਾ ਜੀ ਦਾ ਨਾਮ ਭਾਈ ਬੁੱਢਾ ਜੀ ਪਿਆ। ਔਰ ਦੇਖੋ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਨੇ, ਤਕਰੀਬਨ 98 ਸਾਲ ਦੀ ਉਮਰ ਸੀ ਉਦੋਂ ਬਾਬਾ ਬੁੱਢਾ ਸਾਹਿਬ ਜੀ ਦੀ। ਇਹਦੇ ਸਤਿਕਾਰ ਨਾਲ ਅਸੀਂ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਹਾਂ। ਔਰ ਜੇ ਸਰੀਰ ਦੀ ਉਮਰ ਲਾਈਏ ਧੰਨ ਗੁਰੂ ਅਰਜਨ ਦੇਵ ਜੀ ਨਾਲੋਂ ਦੁੱਗਣੇ ਤੋਂ ਵੀ ਜ਼ਿਆਦਾ, ਇਹ ਕਹਿ ਲਈ ਕਿ 2.5 ਗੁਣਾ ਵੱਧ ਹੈ। ਪਰ ਧੰਨ ਗੁਰੂ ਅਰਜਨ ਦੇਵ ਜੀ ਵੀ ਸ਼ਬਦ ਵਰਤਦੇ ਸਨ, ਭਾਈ ਬੁੱਢਾ, ਭਾਈ ਬੁੱਢਾ ਜੀ ਖੋਲੋ ਗ੍ਰੰਥ ਲਿਹੋ ਆਵਾਜ਼। ਭਾਈ ਗੁਰਦਾਸ ਜੀ ਨੇ, ਕਵੀ ਸੰਤੋਖ ਸਿੰਘ ਜੀ ਨੇ ਇਹ ਬੋਲ ਲਿਖੇ ਨੇ ਕਿ ਭਾਈ ਬੁੱਢਾ ਜੀ ਕਹਿੰਦੇ ਸਨ। ਉਸ ਦਿਨ ਤੋਂ ਨਾ ਹੀ ਭਾਈ ਬੁੱਢਾ ਜੀ ਪੈ ਗਿਆ ਹੈ। ਸ਼ਰਨ ਕਹਿਓ ਸੁਖ ਧਾਮ ਕਰਨਾ ਕੀਨੀ ਜਗਤ ਕੁਰ। ਬਾਬਾ ਬੁੱਢਾ ਜੀ ਸੱਚਮੁੱਚ ਗੁਰੂ ਸਾਹਿਬ ਦੀ ਸ਼ਰਨ ਵਿੱਚ ਉਸ 12 ਸਾਲ ਦੀ ਉਮਰ ਵਿੱਚ ਆਏ, ਔਰ ਫਿਰ ਉਸ ਤੋਂ ਬਾਅਦ 113 ਸਾਲ ਸ਼ਰਨ ਦੇ ਵਿੱਚ ਹੀ ਰਹੇ। 125 ਸਾਲ ਦੇ ਆਰਬਲਾ ਅਖੀਰਲੇ ਸਵਾਸ ਤੱਕ ਸ਼ਰਨ ਦੇ ਵਿੱਚ ਹੀ ਰਹੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਦੋਂ ਕਿਰਪਾ ਕੀਤੀ ਤੇ ਨਾਲ ਬਚਨ ਕਰਦੇ ਨੇ, ਹੇ ਸਿਸ ਕਰਕੇ ਭਉਣ ਭਾਰੇ ਬੰਧਨ ਕਰ ਕਰਤਾਰ ਅਗਾਰੀ। ਇਹਨੂੰ ਕਹਿੰਦੇ ਨੇ ਉਪਦੇਸ਼। ਬਸ ਇੱਕ ਇਹ ਉਪਦੇਸ਼ ਚਾਹੀਦਾ ਸੀ, ਦੀਵਾ ਦੇ ਅੰਦਰ ਬਾਲ ਦਿੱਤਾ। ਔਰ ਸਤਿਗੁਰੂ ਜੀ ਉਪਦੇਸ਼ ਦਿੰਦੇ ਹੋਏ ਕਹਿੰਦੇ ਨੇ, ਹੇ ਬਾਲਕ ਭਾਈ ਬੁੱਢਾ ਜੀ ਅੰਦਰ ਪਿਆਰ ਰੱਖੋ, ਪਿਆਰ ਕਰਕੇ ਉਸ ਕਰਤਾਰ ਦੇ ਅੱਗੇ ਬੰਧਨਾ ਕਰੋ। ਪੂਰਨ ਹੋਵੇ ਉਰ ਕੀ ਆਸਾ ਪ੍ਰਾਪਤ ਭਲੋ ਗਿਆਨ ਸੁਖ ਰਸਾ। ਸਤਿਗੁਰੂ ਜੀ ਕਹਿੰਦੇ ਨੇ, ਭਾਈ ਬੁੱਢਾ ਜੀ ਤੁਹਾਡੇ ਦਿਲ ਦੀ ਆਸ, ਅੰਦਰ ਦੀ ਆਸ ਜ਼ਰੂਰ ਪੂਰੀ ਹੋਏਗੀ। ਜਿਹੜੀ ਆਸ ਚਾਹੁੰਦੇ ਹੋ ਨਾ ਜ਼ਰੂਰ ਪੂਰੀ ਹੋਏਗੀ। ਪ੍ਰੇਮ ਦੇ ਨਾਲ ਉਸ ਰੱਬ ਦੇ ਅੱਗੇ, ਕਰਤਾਰ ਦੇ ਅੱਗੇ ਨਮਸਕਾਰ ਕਰੋ, ਅੰਦਰ ਗਿਆਨ ਪ੍ਰਾਪਤ ਹੋਏਗਾ। ਸੁਣ ਕੈ ਦਵੈ ਕਰ ਜੋਰਨ ਕੀਨੇ ਬੰਦੇ ਪੰਕਜ ਪਾਏ ਪ੍ਰਬੀਨੇ। ਕਹਿੰਦੇ ਸਤਿਗੁਰੂ ਜੀ ਦਾ ਬਸ ਇਹਨਾਂ ਉਪਦੇਸ਼ ਹੀ ਸੁਣਨਾ ਸੀ। ਉਪਦੇਸ਼ ਸੁਣਦਿਆਂ ਨਾਲ ਬਾਬਾ ਬੁੱਢਾ ਸਾਹਿਬ ਜੀ ਦੋਵੇਂ ਹੱਥ ਜੋੜਦੇ ਨੇ ਤੇ ਨਿਪੁੰਨ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਫਿਰ ਸਿਰ ਰੱਖ ਕੇ ਨਮਸਕਾਰ ਕੀਤੀ। ਭਇਓ ਗਿਆਨ ਤੇ ਛਿਨ ਸੁਖ ਰਾਸੀ ਸਗਰੀ ਉਰਤੇ ਦਵੈਤ ਬਿਨਾਸੀ। ਤੇ ਜਿਹਨੂੰ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸੀ ਅੰਦਰ ਵਾਲਾ ਵੀ ਵਿਖਾ ਦਿਓ, ਦੀਵਾ ਤੇ ਬਾਲ ਦਿੱਤਾ, ਗਿਆਨ ਦਾ ਹਨੇਰਾ ਤੇ ਦੂਰ ਹੋ ਗਿਆ, ਪਰ ਚਾਨਣ ਕਰਕੇ ਕੁਝ ਨਾ ਕੁਝ ਲੱਭੀ ਦਾ ਨਾ। ਬਸ ਉਹ ਜਿਹੜੀ ਚੀਜ਼ ਲੱਭਣੀ ਉਹ ਤਾਂ ਲੱਭ ਜੇ। ਧੰਨ ਬਾਬਾ ਬੁੱਢਾ ਸਾਹਿਬ ਜੀ ਬਸ ਅੰਦਰੋਂ ਉਹ ਚੀਜ਼ ਵੀ ਪ੍ਰਾਪਤ ਹੋ ਗਈ, ਅੰਦਰ ਬ੍ਰਹਮ ਦਾ ਗਿਆਨ ਆ ਗਿਆ, ਅੰਦਰੋਂ ਦਵੈਤ ਜਿਹੜੀ ਸੀ ਉਹ ਨਿਕਲ ਗਈ। ਕਿਰਪਾ ਨਿਧਾਨ ਬਹੁਰ ਬਚ ਕਹੇ ਸਵਾ ਜਾਮ ਜਾਮਣ ਜਬ ਰਹੇ। ਕਿਰਪਾ ਤੇ ਕਰ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅਗਲਾ ਉਪਦੇਸ਼ ਫਿਰ ਦਿੱਤਾ। ਕਹਿੰਦੇ ਭਾਈ ਬੁੱਢਾ ਜੀ
ਸਵਾ ਜਾਮ ਜਦੋਂ ਰਾਤ ਰਹਿ ਜੇ, ਜਿਹਨੂੰ ਆਪਾਂ ਅੰਮ੍ਰਿਤ ਵੇਲੇ ਕਹਿੰਦੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ। ਇਸ਼ਨਾਨ ਕਰਿਆ ਕਰੋ। ਨਿਤ ਉੱਠ ਤਬ ਹੀ ਕਰੋ ਇਸ਼ਨਾਨਾ, ਸਿਮਰੋ ਨਾਮ ਮਾਨ ਮਨ ਮਾਨਾ। ਤੇ ਇੱਕ ਦਿਨ ਨਹੀਂ, 2 ਦਿਨ ਨਹੀਂ, ਇਹ 21 ਦਿਨ ਜਾਂ 40 ਦਿਨ ਵਾਲਾ ਭਰਮ ਨਹੀਂ ਪਾਲਣਾ। ਨਿਤ ਉੱਠ ਕੇ ਹਰ ਰੋਜ਼ ਉੱਠ ਕੇ ਇਸ਼ਨਾਨ ਕਰਨਾ ਹੈ। ਫਿਰ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਨਾ ਹੈ। ਹਾਥ ਜੋਰ ਸਿਸ ਬਚਨ ਬਖਾਨਾ, ਅਬ ਲੋ ਰਾਖਿਓ ਉਚਿਤ ਇਸ਼ਨਾਨਾ। ਇਹ ਸੁਣ ਕੇ ਬਾਬਾ ਬੁੱਢਾ ਸਾਹਿਬ ਨੇ ਫਿਰ ਬਚਨ ਕੀਤੇ। ਦੇਖੋ 12 ਸਾਲ ਦੀ ਉਮਰ, ਫਿਰ ਸਰੀਰ ਦੀ ਉਮਰ ਕਹੀਏ ਤੇ 12 ਸਾਲ ਹੀ ਹੈ, ਪਰ ਅੰਦਰ ਜਿਹੜਾ ਗਿਆਨ ਹੈ ਉਹ 125 ਸਾਲ ਵਾਲੇ ਨੂੰ ਨਹੀਂ ਆ ਸਕਦਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਜੇ ਵੀ ਨਹਾਉਣਾ ਹੈ ਜੀ, ਹਜੇ ਵੀ ਸਵੇਰੇ ਉੱਠ ਕੇ ਨਹਾਉਣ ਦੀ ਲੋੜ ਹੈ। ਹੁਣ ਇਸ ਗੱਲ ਦੇ ਵਿੱਚ ਰਮਝ ਬੜੀ ਵੱਡੀ ਹੈ। ਬਾਬਾ ਬੁੱਢਾ ਸਾਹਿਬ ਜੀ ਸਵਾਲ ਅੱਗੋਂ ਕਰਦੇ ਨੇ, ਗੁਰੂ ਸਾਹਿਬ ਜੀ ਕਹਿੰਦੇ ਇਸ਼ਨਾਨ ਕਰਨਾ ਹੈ, ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਅਜੇ ਵੀ ਇਸ਼ਨਾਨ ਕਰਨ ਦੀ ਲੋੜ ਹੈ। ਕਿ ਰਾਵਰ ਦਰਸ਼ਨ ਪਰ ਬਲਹਾਰਾ, ਮੈਂ ਮਲ ਨਾਸ ਕਰੇ ਇੱਕ ਬਾਰਾ। ਸਤਿਗੁਰ ਜੀ ਤੁਹਾਡੇ ਦਰਸ਼ਨਾਂ ਤੋਂ ਮੈਂ ਬਲਹਾਰ ਜਾਵਾਂ, ਇੱਕ ਵਾਰੀ ਦਰਸ਼ਨ ਕੀਤੇ ਅੰਦਰ ਦੇ ਸਾਰੀ ਮੈਲ ਦੂਰ ਕਰਦੀ ਹੈ। ਹਜੇ ਵੀ ਨਹਾਉਣ ਦੀ ਲੋੜ ਹੈ, ਔਰ ਮੈਨੂੰ ਭਰੋਸਾ ਵੀ ਹੈ। ਬਹੁਰ ਨਾ ਕਬ ਲਾਗੇ ਮਲ ਲੇਸ਼ਾ, ਜਨਮ ਮਰਨ ਕੇ ਮਿਟੇ ਕਲੇਸ਼ਾ। ਕਿ ਹੁਣ ਦੁਬਾਰੇ ਮੈਨੂੰ ਭਰੋਸਾ ਹੈ ਇਹ ਮੈਲ ਕਦੇ ਲੱਗਣੀ ਹੋਈ ਨਹੀਂ, ਔਰ ਇਹ ਵੀ ਭਰੋਸਾ ਹੈ ਕਿ ਮੈਲ ਬਿਲਕੁਲ ਆਉਣੀ ਹੋਈ ਨਹੀਂ। ਜਨਮ ਮਰਨ ਦੇ ਕਲੇਸ਼ ਹੀ ਕੱਟੇ ਜਾਣੇ ਨੇ। ਹੁਣ ਅਸਲ ਵਿੱਚ ਇਹ ਮੈਲ ਜਿਹੜੀ ਹੈ, ਜਿਹੜੀ ਬਾਬਾ ਬੁੱਢਾ ਜੀ ਕਹਿ ਰਹੇ ਨੇ, ਇਹ ਅੰਦਰ ਦੀ ਮੈਲ ਹੈ। ਉਰੇ ਸਤਿਗੁਰੂ ਜੀ ਨੇ ਇਹਦੇ ਬਾਬਤ ਬਹੁਤ ਬਚਨ ਕਹੇ ਨੇ। ਕੁਝ ਕੁ ਵਿਚਾਰ ਆਪਾਂ ਕੱਲ੍ਹ ਸਾਂਝੇ ਕਰਾਂਗੇ, ਸਮਾਂ ਹੋ ਗਿਆ ਹੈ। ਸਮੇਂ ਦੇ ਮੁਤਾਬਕ ਇਤਨੀ ਬੇਨਤੀ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾਂ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ